कैन पंजाब मीडिया वालों आप जी का स्वागत है। प्यार भरी सत श्री अकाल। पेश है अज दी कुछ खास खबर। दोस्तों, खबर पेश करने तो पहला मैं तुहाडे नाल 2 मिनट विचार करनी चाहूँगा कि कैन पंजाब मीडिया दा प्रोग्राम जो असीं शुरू किया सी, साडी एक कमिटमेंट सी कि कनेडा के जो इशू हैगे आ, हर इशू हरेक जुड़ी हुई खबर साडी लाइफ के नाल असीं तुहाडे नाल सांझी करांगे। सो असीं कर रहे हैं। भारत तो कुछ असीं पोलीटिकल खबर लै रहे सी, कुछ रूटीन दी खबर भी लै रहे सी। कोशिश कर रहे सी क्योंकि साडी जन्म भूमि है पंजाब, उत्थों खबर लैना उत्थे वापर की रहा है वो साडा फर्ज बनता आ। लेकिन कुछ चेंजिस करन जा रहे हैं कि जिहड़ियां पोलीटिकल खबर हैगियां उन्हां ते फिलहाल असीं रोक लगाउण जा रहे हैं, क्योंकि मेरा ये मनना है कि जिहड़े पंजाब दे कौमी मुद्दे आ, जिहड़े कोर मुद्दे आ, जिन्हां दे करके समस्यावां दी जड़ जिहड़ी पंजाब दी हरेक समस्या दी जड़ जिथे जुड़दी आ जां किसानी मसले हैगे आ, इन्हां दीयां खबरां असीं जारी रखांगे। अपने पॉइंट ऑफ व्यू तो उन्हां नूं डिस्कस तुहाडे नाल करिया करांगे। लेकिन कनेडा दी असीं हरेक खबर, क्योंकि साडी कर्म भूमि आ, हरेक मुद्दा इत्थों दा जुड़िया होया जिहड़ा असीं अपने नाल डिस्कस करांगे तां जो असीं एक बैटर लाइफ दे नाल ही इत्थे भी पहल कदमी कर सकीए। सो ये एक चेंजिस हैगियां ने। आउण वाले समय दे विच कुछ एक असीं होर भी जिहड़े सैगमेंट शुरू करन जा रहे हैं। मेरी तुहाडी सारिआं नूं अपील आ कि प्रोग्राम दे विच तुहानूं किद्दां दा लगदा हैगा। जे कोई चंगी गल लगदी होवे तुसीं उहदी सिफत विच कमेंट कर सकदे हो। जे कुछ इंप्रूवमेंट तुहानूं लगदी होवे कि हो सकदी आ, कोई कमी लगदी होवे, तुसीं ਉਹ ਵੀ ਸਾਡੇ ਨਾਲ कमेंट बॉक्स ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਕੇ ਸਾਂਝੀ ਕਰ ਸਕਦੇ ਹੋ, ਤਾਂ ਜੋ ਤੁਹਾਡੇ ਵਿਚਾਰਾਂ ਦੇ ਮੁਤਾਬਕ ਅਸੀਂ ਪ੍ਰੋਗਰਾਮਾਂ ਦੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕ ਸਕੀਏ। ਸੋ ਇਹ ਅੱਜ ਦੀ ਮੇਨ ਜਿਹੜੀ ਸੀ ਤੁਹਾਡੇ ਨਾਲ ਅਪਡੇਟ ਮੈਂ ਸਾਂਝੀ ਕਰਨਾ ਚਾਹੁੰਦਾ ਸੀਗਾ, ਕਿਉਂਕਿ ਜਦੋਂ ਅਸੀਂ ਕੈਨ ਪੰਜਾਬ ਮੀਡੀਆ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਾਡੀ ਇੱਕ ਕਮਿਟਮੈਂਟ ਸੀ ਕਿ ਕੈਨੇਡਾ ਦੀ ਲਾਈਫ ਦੀ ਅਸੀਂ ਗੱਲ ਪਹਿਲਾਂ ਕਰਾਂਗੇ ਐਜ਼ ਵੈਲ ਐਜ਼, ਕਿਉਂਕਿ ਪੰਜਾਬ ਸਾਡੀ ਜਨਮ ਭੂਮੀ ਆ, ਸਾਡੇ ਗੁਰੂ ਸਾਹਿਬਾਨਾਂ ਦਾ ਸਥਾਨ ਆ, ਅਸੀਂ ਸਾਡਾ ਵਜੂਦ ਉੱਥੇ ਜੁੜਿਆ ਹੋਇਆ ਆ। ਉੱਥੋਂ ਦੀ ਗੱਲ ਕੁਛ ਅਸੀਂ ਜ਼ਰੂਰ ਜਾਰੀ ਰੱਖਾਂਗੇ, ਲੇਕਿਨ ਉਹਦਾ ਪੁਆਇੰਟ ਆਫ ਵਿਊ ਅਸੀਂ ਹੁਣ ਡਿਫਰੈਂਟ ਰੱਖਾਂਗੇ। ਜਿਹੜੀਆਂ ਡੇਲੀ ਰੂਟੀਨ ਦੀਆਂ ਜਿਹੜੀਆਂ ਪੋਲੀਟੀਕਲ ਖਬਰਾਂ ਆ, ਬਹੁਤ ਸਾਰੇ ਚੈਨਲ ਉੱਥੇ ਕਵਰ ਕਰ ਰਹੇ ਆ, ਬਹੁਤ ਸਾਰਾ ਸੋਸ਼ਲ ਮੀਡੀਆ ਤੁਹਾਨੂੰ ਆਲਰੇਡੀ ਖਬਰਾਂ ਪਹੁੰਚਾ ਰਿਹਾ ਆ। ਲੇਕਿਨ ਉਹਨਾਂ ਖਬਰਾਂ ਦੇ ਪਿੱਛੇ ਜਿਹੜਾ ਮੇਨ ਇੱਕ ਆਧਾਰ ਆ ਉਹ ਕੀ ਆ, ਇਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਅਤੇ ਕਿਸਾਨੀ ਨਾਲ ਜੁੜੀ ਹੋਈ ਹਰੇਕ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਸੋ ਅੱਜ ਦੀ ਕੈਨੇਡਾ ਦੀ ਜਿਹੜੀ ਮੇਨ ਖਬਰ ਹੈਗੀ ਆ ਉਹ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਜੁੜੀ ਹੋਈ ਆ। ਇਹ ਮੁੱਦਾ ਮੂਲ ਨਿਵਾਸੀ ਭਾਈਚਾਰੇ ਦੇ ਬੱਚਿਆਂ ਦੇ ਨਾਲ ਜੋ ਨਸਲਕੁਸ਼ੀ ਦਾ ਮੁੱਦਾ ਆ, ਬੜਾ ਸੈਂਸਿਟਿਵ ਮੁੱਦਾ ਸੀਗਾ। ਅਸੀਂ ਬਹੁਤ ਵਾਰੀ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਕੈਥੋਲਿਕ ਚਰਚਾਂ ਵੱਲੋਂ ਚਲਾਏ ਜਾਂਦੇ ਰਾਈਡੈਂਸ ਸਕੂਲਾਂ ਦੇ ਵਿੱਚ ਮੂਲ ਨਿਵਾਸੀ ਭਾਈਚਾਰੇ ਦੇ ਬੱਚਿਆਂ ਦੀ ਨਸਲਕੁਸ਼ੀ, ਉਹਨਾਂ ਦਾ ਭੇਦ ਭਰੀ ਹਾਲਤ ਵਿੱਚ ਮਾਰੇ ਜਾਣਾ, ਬਹੁਤ ਵੱਡੀ ਪੱਧਰ 'ਤੇ ਹੁਣ ਉਹਨਾਂ ਦੀਆਂ ਖਬਰਾਂ ਮਿਲਣੀਆਂ। ਇਹ ਇੱਕ ਇੱਦਾਂ ਦਾ ਮੁੱਦਾ ਸੀਗਾ ਕਿ ਜਿਹਨੇ ਸਾਰੇ ਕੈਨੇਡੀਅਨ ਭਾਈਚਾਰੇ ਨੂੰ ਬੜਾ ਇੱਕ ਸਖਤੀ ਵਿੱਚ ਲੈ ਆਂਦਾ, ਕਿਉਂਕਿ ਕੈਨੇਡਾ ਇੱਕ ਇਨਸਾਫ ਪਸੰਦ ਦੇਸ਼ ਹੈਗਾ। ਵਰਲਡ ਭਰ ਦੇ ਵਿੱਚ ਹਿਊਮਨ ਰਾਈਟਸ ਵੱਲੋਂ ਕੈਨੇਡਾ ਦੀ ਇੱਕ ਬੜੀ ਵਧੀਆ ਇਮੇਜ ਹੈਗੀ ਆ, ਬੜਾ ਚੰਗਾ ਸਕੋਰ ਆ। ਸੋ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਸੀਗੀਆਂ ਤਾਂ ਉਦੋਂ ਤੋਂ ਹੀ ਸਾਰੇ ਕੈਨੇਡੀਅਨ ਭਾਈਚਾਰੇ ਦੇ ਵਿੱਚ ਇੱਕ ਬੜੀ ਵੱਡੀ ਪੱਧਰ 'ਤੇ ਸੋਗ ਸੀ, ਜਾਂ ਆਪਾਂ ਕਹਿੰਦੇ ਸੰਵੇਦਨਸ਼ੀਲਤਾ ਪਾਈ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਜਿਹੜੀਆਂ ਧਿਰਾਂ ਹੈਗੀਆਂ ਵਾ ਉਹਨਾਂ ਨੂੰ ਕਾਊਂਟੇਬਲ ਠਹਿਰਾਉਣਾ ਚਾਹੀਦਾ, ਅਤੇ ਉਹਨਾਂ ਵੱਲੋਂ ਇੱਕ ਆਮ ਮੁਆਫੀ ਵੀ ਮੰਗਣੀ ਚਾਹੀਦੀ ਆ। ਭਾਵ ਕੈਥੋਲਿਕ ਜਿਹੜੇ ਚਰਚਾਂ ਦੇ ਸਕੂਲ, ਰਾਈਡੈਂਸ ਸਕੂਲ ਸੀਗੇ, ਉਹਨਾਂ ਨੂੰ ਚਲਾ ਰਹੀਆਂ ਕੈਥੋਲਿਕ ਚਰਚਾਂ, ਅਤੇ ਕੈਥੋਲਿਕ ਦੇ ਜਿਹੜੇ ਪੌਪ ਫਰਾਂਸਿਸ ਸੀਗੇ ਵੈਟੀਕਨ ਸਿਟੀ ਦੇ ਵਿੱਚ, ਉਹਨਾਂ ਕੋਲੋਂ ਇਹ ਵੱਖ-ਵੱਖ ਕੈਨੇਡੀਅਨ ਭਾਈਚਾਰੇ ਦੇ ਜਿਹੜੇ ਅਦਾਰੇ ਹੈਗੇ ਆ, ਸੰਸਥਾਵਾਂ, ਸ਼ੁਭ ਚਿੰਤਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਗੱਲ ਦੇ ਲਈ ਮੁਆਫੀ ਮੰਗੀ ਜਾਵੇ। ਆਮ ਮੁਆਫੀ ਜਿਹੜੇ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਆ ਉਹਨਾਂ ਕੋਲੋਂ ਮੰਗੀ ਜਾਣੀ ਚਾਹੀਦੀ ਆ। ਲੇਕਿਨ ਉਦੋਂ ਤੋਂ ਕੁਛ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਅਜੇ ਤੱਕ ਨਹੀਂ ਸੀ ਆ ਰਿਹਾ। ਲੇਕਿਨ ਹੁਣ ਇਹ ਗੱਲ ਸਾਹਮਣੇ ਆਈ ਆ ਕਿ ਫਰਾਂਸਿਸ ਪੋਪ ਕੈਨੇਡਾ ਦੇ ਦੌਰੇ 'ਤੇ ਆ ਰਿਹਾ। ਉਹਨਾਂ ਦੇ ਇਸ ਕੈਨੇਡਾ ਦੇ ਦੌਰੇ ਨੂੰ ਕੈਥੋਲਿਕ ਭਾਈਚਾਰੇ ਦੇ ਨਾਲ ਹੋਈਆਂ ਵਧੀਕੀਆਂ ਪਾਇਆ ਜਾ ਰਿਹਾ। ਰੂਸ ਅਤੇ ਕੈਨੇਡੀਅਨ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਮੰਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਕਿ ਹੋ ਸਕਦਾ ਕੁਝ ਅਹਿਮ ਫੈਸਲਾ ਉਹ ਲੈ ਸਕਦੇ ਆ। ਲੇਕਿਨ ਆਪਣੇ ਪੱਧਰ 'ਤੇ ਇਹ ਗੱਲ ਹੁਣ ਇੱਥੇ ਦੁਬਾਰਾ ਮੰਗ ਉੱਠੀ ਆ ਕਿ ਜੇ ਪੋਪ ਫਰਾਂਸਿਸ ਇੱਥੇ ਆਉਂਦੇ ਆ, ਉਹਨਾਂ ਨੂੰ ਬਕਾਇਦਾ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਸਮੁੱਚੇ ਜਿਹੜਾ ਮੂਲ ਨਿਵਾਸੀ ਭਾਈਚਾਰਾ ਆ ਉਹਨਾਂ ਕੋਲੋਂ ਇਸ ਗੱਲ ਦੀ ਮੁਆਫੀ ਮੰਗ ਲੈਣੀ ਚਾਹੀਦੀ ਆ
ਕਿ ਜਿੰਨੀਆਂ ਵੀ ਕੈਥੋਲਿਕ ਗਾਈਡੈਂਸ ਸਕੂਲ ਹੈਗੇ ਸੀ ਉਹਨਾਂ ਵਿੱਚ ਵਧੀਕੀਆਂ ਹੋਈਆਂ, ਉਹਨਾਂ ਦੀ ਨਸਲਕੁਸ਼ੀ ਹੋਈ। ਇੱਕ ਮਾੜਾ ਵਰਤਾਰਾ ਸੀ, ਅਣਮਨੁੱਖੀ ਵਰਤਾਰਾ ਸੀਗਾ ਜਿਹੜਾ ਕਿ ਨਹੀਂ ਸੀ ਵਾਪਰਨਾ ਚਾਹੀਦਾ। ਸੋ ਮੈਂ ਸਮਝਦਾ ਹੈਗਾ ਕਿ ਇਸ ਮੁੱਦੇ ਨੂੰ ਬੜਾ ਸੰਵੇਦਨਸ਼ੀਲ ਤਰੀਕੇ ਦੇ ਨਾਲ, ਸਦਭਾਵਨਾ ਭਰੇ ਤਰੀਕੇ ਦੇ ਨਾਲ ਸੋਲਵ ਕਰਨ ਦੀ ਲੋੜ ਹੈਗੀ ਆ। ਜੇ ਇਸ ਨੂੰ ਸੈਟਲ ਨਹੀਂ ਕੀਤਾ ਜਾਂਦਾ ਅਤੇ ਜਿਹੜਾ ਕੈਨੇਡਾ ਇੱਕ ਇਨਸਾਫ ਪਸੰਦ ਇਮੇਜ ਹੈਗੀ ਆ ਸਾਡੀ, ਅੱਜ ਜੇ ਇਸ ਇਸ਼ੂ ਨੂੰ ਪ੍ਰੋਪਰ ਸੈਟਲ ਨਹੀਂ ਕਰਦੇ ਤਾਂ ਉਸ ਨੂੰ ਬੜੀ ਵੱਡੀ ਸੱਟ ਵੱਜਦੀ ਆ। ਸੋ ਇਹਦੀ ਮੰਗ ਜਿਹੜੀ ਆ ਵੱਖ-ਵੱਖ ਹਲਕਿਆਂ 'ਚ ਉੱਠ ਰਹੀ ਆ। ਪੋਲੀਟੀਕਲ ਤੌਰ ਦੇ ਉੱਤੇ ਵੀ ਜਿਹੜੇ ਆਪਣੇ NDP ਦੇ ਆਗੂ ਜਗਮੀਤ ਸਿੰਘ ਹੈਗੇ ਆ, ਪਹਿਲਾਂ ਵੀ ਉਹ ਮੰਗ ਕਰਦੇ ਰਿਹਾ। ਹੁਣ ਉਹ ਪੋਪ ਫਰਾਂਸਿਸ ਦੇ ਸੰਭਾਵੀ ਦੌਰੇ ਦੇ ਮੱਦੇਨਜ਼ਰ ਉਹਨਾਂ ਦੁਬਾਰਾ ਇਹ ਗੱਲ ਦੀ ਮੰਗ ਕੀਤੀ ਆ ਕਿ ਜੇ ਪੋਪ ਫਰਾਂਸਿਸ ਇੱਥੇ ਆਉਂਦੇ ਆ, ਉਹਨਾਂ ਨੂੰ ਨੈਤਿਕ ਤੌਰ ਦੇ ਉੱਤੇ ਮੂਲ ਨਿਵਾਸੀ ਭਾਈਚਾਰੇ ਤੋਂ ਇਕੱਲੀ ਮੁਆਫੀ ਹੀ ਨਹੀਂ ਮੰਗਣੀ ਚਾਹੀਦੀ, ਨਾਲ ਦੀ ਨਾਲ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਨੂੰ ਕੁਛ ਇੱਕ ਜਿਹੜਾ ਫਾਈਨੈਂਸ਼ੀਅਲ ਤੌਰ ਦੇ ਉੱਪਰ ਜਿਹੜਾ ਮੁਆਵਜ਼ੇ ਦੇ ਰੂਪ ਦੇ ਵਿੱਚ ਇੱਕ ਜਿਹੜਾ ਵਾ ਉਹ ਵੀ ਮਦਦ ਕਰਨੀ ਬਣਦੀ ਹੈਗੀ ਆ, ਤਾਂ ਜੋ ਉਹਨਾਂ ਦੇ ਮੁੜ ਵਸੇਵੇ ਦੀ ਗੱਲ ਹੋ ਸਕੇ ਅਤੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਈ ਜਾ ਸਕੇ। ਇਹ ਵੈਸੇ ਬੜਾ ਇੱਕ ਜ਼ਰੂਰੀ ਕਦਮ ਆ ਜਿਹੜਾ ਕੈਨੇਡਾ ਸਰਕਾਰ ਵੱਲੋਂ ਅਤੇ ਪੋਪ ਫਰਾਂਸਿਸ ਜਾਂ ਕੈਥੋਲਿਕ ਚਰਚ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਸ਼ਖਸੀਅਤਾਂ ਆ ਉਹਨਾਂ ਵੱਲੋਂ ਵਿਚਾਰਿਆ ਜਾਣਾ ਬਣਦਾ ਆ। ਅਗਲੀ ਖਬਰ ਬੈਂਕ ਆਫ ਕੈਨੇਡਾ ਦੇ ਨਾਲ ਜੁੜੀ ਹੋਈ ਆ। ਬੈਂਕ ਆਫ ਕੈਨੇਡਾ ਨੇ ਜਿਹੜੇ ਤਾਜ਼ੇ ਕੁਝ ਅੰਕੜੇ ਜਾਰੀ ਕੀਤੇ ਹਨ, ਮਹਿੰਗਾਈ ਵਧਣ ਦੀ ਸੰਭਾਵਨਾ ਅਤੇ ਨਾਲ ਦੀ ਨਾਲ ਵਿਆਜ ਦਰਾਂ ਦੇ ਵਿੱਚ ਜੋ ਪਹਿਲਾਂ ਕਿਹਾ ਜਾ ਰਿਹਾ ਸੀ ਕਿ 2 ਸਾਲ ਤੱਕ ਅਜੇ ਸਥਿਰ ਰਹਿਣਗੀਆਂ, ਹੁਣ ਉਹ ਵੀ ਗੱਲ ਥਿੜਕਣ ਲੱਗੀ ਆ, ਕਿਉਂਕਿ ਮਹਿੰਗਾਈ ਜਿਹੜੀ ਆ ਸਾਰੀਆਂ ਹੱਦਬੰਨਾਂ ਪਾਰ ਕਰ ਰਹੀ ਆ, ਕੈਨੇਡਾ ਦੇ ਵਿੱਚ ਪਾਰ ਕਰ ਰਹੀ ਆ। ਸੋ ਹੁਣ ਅੱਜ ਦੀ ਜਿਹੜੇ ਸਟੇਟਮੈਂਟ ਜਿਹੜੀਆਂ ਜਾਰੀ ਕੀਤੀਆਂ ਨੇ ਬੈਂਕ ਆਫ ਕੈਨੇਡਾ ਨੇ, ਉਹਦੇ ਵਿੱਚ ਕਿਹਾ ਗਿਆ ਹੈ ਕਿ ਵਿਆਜ ਦਰਾਂ ਸਮੇਂ ਤੋਂ ਪਹਿਲਾਂ ਕੁਛ ਕੁ ਵਧਾਈਆਂ ਜਾ ਸਕਦੀਆਂ। ਇਸ ਗੱਲ ਦੀ ਅਜੇ ਸੰਭਾਵਨਾ ਪ੍ਰਗਟ ਕੀਤੀ ਗਈ ਆ, ਕਿਉਂਕਿ ਜਿਹੜੀ ਮਹਿੰਗਾਈ ਦੀ ਦਰ ਆ ਉਮੀਦ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਆ। ਜ਼ਿਕਰਯੋਗ ਆ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਆਪਣਾ ਅੰਦਾਜ਼ਾ ਲਗਾਇਆ ਸੀ, ਭਵਿੱਖਬਾਣੀ ਕੀਤੀ ਸੀ ਮਹਿੰਗਾਈ ਬਾਰੇ, ਉਹ ਸਿਰਫ 2.4% ਦੀ ਇਸ ਸਾਲ ਦੇ ਅੰਤ ਤੱਕ ਸੀਗੀ, ਜਿਹੜੀ ਕਿ ਬਹੁਤ ਥੋੜ੍ਹੀ ਨਿਕਲੀ। ਹੁਣ ਜਿਹੜਾ ਅੱਜ ਦਾ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ ਉਹ 4.75% ਦਾ ਵਾਧਾ ਦਰਜ ਕੀਤਾ ਜਾ ਰਿਹਾ। ਸੋ ਹੁਣ ਬੈਂਕ ਆਫ ਕੈਨੇਡਾ ਨੇ ਆਪਣੇ ਆਪ ਨੂੰ ਦੁਬਾਰਾ ਕੁਛ ਰਿਵਾਈਜ਼ ਕਰਦਿਆਂ ਇਹ ਜਿਹੜਾ ਸਟੇਟਮੈਂਟ ਜਾਰੀ ਕੀਤੀ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਪਲਾਈ ਦੀ ਘਾਟ ਆ, ਜਿਹੜੇ ਪ੍ਰੋਡਕਟ ਜਿੰਨੇ ਹੈਗੇ ਆ ਉਹਨਾਂ ਦੇ ਪ੍ਰੋਡਕਸ਼ਨ ਦੀ ਘਾਟ, ਫਿਰ ਸਪਲਾਈ ਦੀ ਘਾਟ ਆ, ਮਹਿੰਗੀ ਸਪਲਾਈ ਦੇ ਵਜ੍ਹਾ ਦੇ ਕਰਕੇ ਮਹਿੰਗਾਈ ਜਿਹੜੀ ਆ ਹੋਰ ਵੱਧ ਸਕਦੀ ਆ। ਗੈਸੋਲੀਨ ਦੇ ਵਿੱਚ ਆਲਰੇਡੀ ਜਿਹੜੇ ਕਾਰਬਨ ਟੈਕਸ ਲਗਾਏ ਗਏ ਆ, ਉਹਦੇ ਕਰਕੇ ਜਿਹੜੇ ਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਫਿਊਲ ਜਿਹੜਾ ਆ। ਨਾਲ ਦੀ ਨਾਲ ਜਿਹੜੀਆਂ ਖਾਣ ਪੀਣ ਦੀਆਂ ਪਹਿਨਣ ਦੀਆਂ ਵਸਤੂਆਂ ਉਹ ਵੀ ਮਹਿੰਗੀਆਂ ਹੋ ਰਹੀਆਂ। ਇਹਦੇ ਮੱਦੇਨਜ਼ਰ ਬੈਂਕ ਆਫ ਕੈਨੇਡਾ ਨੇ ਕਿਹਾ ਆ ਕਿ ਇਸ ਪ੍ਰੋਸੈਸ ਨੂੰ ਕੰਟਰੋਲ ਕਰਨ ਦੇ ਲਈ ਬੈਂਕ ਆਫ ਕੈਨੇਡਾ ਕੁਛ ਅਹਿਮ ਕਦਮ ਪੁੱਟ ਸਕਦਾ। ਭਾਵ ਇਸ ਗੱਲ ਦੀ ਸੰਭਾਵਨਾ ਹੈ ਕਿ ਸਮੇਂ ਤੋਂ ਪਹਿਲਾਂ ਕੁਛ ਵਿਆਜ ਦਰਾਂ ਦੇ ਉੱਪਰ ਜਿਹੜਾ ਆ ਵਾਧਾ ਕੀਤਾ ਜਾ ਸਕਦਾ ਆ। ਇਹ ਜਿਹੜੀ ਮੇਨ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ। ਅਗਲੀ ਖਬਰ ਪੀਲ ਪੁਲਿਸ ਨਾਲ ਜੁੜੀਆਂ ਹੋਈਆਂ 2-3 ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੀਲ ਪੁਲਿਸ ਦੇ ਵੱਲੋਂ ਆਪਣੇ ਇੱਕ ਪੰਜਾਬੀ ਪੁਲਿਸ ਅਫਸਰ ਨੂੰ ਚਾਰਜ ਕੀਤਾ ਗਿਆ ਆ। ਜਾਣਕਾਰੀ ਅਨੁਸਾਰ ਪੀਲ ਪੁਲਿਸ ਦੇ ਅੰਦਰੂਨੀ ਮਾਮਲਿਆਂ ਦੇ ਬਿਊਰੋ ਨੇ ਇੱਕ ਪੰਜਾਬੀ ਪੁਲਿਸ ਅਫਸਰ ਪਵਨ ਸੰਧੂ ਨੂੰ ਅਪਰਾਧਿਕ ਦੋਸ਼ਾਂ ਦੇ ਵਿੱਚ ਚਾਰਜ ਕੀਤਾ ਆ ਅਤੇ ਗ੍ਰਿਫਤਾਰ ਕੀਤਾ। ਪੁਲਿਸ ਜਿਹੜਾ ਉਕਤ ਪੁਲਿਸ ਅਫਸਰ ਆ ਉਸ ਉੱਪਰ ਕਿਸੇ ਉੱਪਰ ਹਮਲਾ ਕਰਨ, ਉਸ ਨੂੰ ਜ਼ਖਮੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਆ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਇਸ ਦੀ ਜਿਹੜੀ ਪੇਸ਼ੀ ਹੈਗੀ ਆ 10 ਜਨਵਰੀ 2022 ਨੂੰ ਰੱਖੀ ਗਈ ਆ। ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਆ। ਪੁਲਿਸ ਨੇ ਇਹ ਗੱਲ ਕਹੀ ਹੈਗੀ ਆ ਕਿ ਉਸ ਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਆ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਕੀਤੀ ਜਾਊਗੀ। ਜ਼ਿਕਰਯੋਗ ਹੈ ਕਿ ਪਵਨ ਸੰਧੂ ਵੱਲੋਂ ਜਦੋਂ ਇਹ ਘਟਨਾ ਵਾਪਰੀ ਹੈ ਕਿ ਉਹ ਆਪਣੀ ਡਿਊਟੀ ਤੋਂ ਆਫ ਡਿਊਟੀ ਸੀ, ਭਾਵ ਉਹ ਡਿਊਟੀ 'ਤੇ ਹਾਜ਼ਰ ਨਹੀਂ ਸੀ ਉਸ ਸਮੇਂ, ਆਫ ਡਿਊਟੀ ਸਮੇਂ ਇਹ ਘਟਨਾ ਵਾਪਰੀ ਆ, ਲੇਕਿਨ ਪੁਲਿਸ ਵੱਲੋਂ ਆਪਣੀ ਬਣਦੀ ਕਾਰਵਾਈ ਕੀਤੀ ਗਈ ਆ। ਅਗਲੀ ਖਬਰ ਜਿਹੜੀ ਜੁੜੀ ਹੋਈ ਹੈ ਕਿ ਇੱਕ ਪਲੇਨ ਜਿਹੜਾ ਸੀਗਾ ਤਕਨੀਕੀ ਖਰਾਬੀ ਕਰਨ ਦੇ ਕਾਰਨ ਪਾਇਲਟ ਵੱਲੋਂ ਹਾਈਵੇ 407 ਦੇ ਉੱਪਰ ਐਮਰਜੈਂਸੀ ਹਾਲਤਾਂ ਵਿੱਚ ਉਤਾਰਿਆ ਗਿਆ ਸੀਗਾ। ਇਹ ਖਬਰ ਪਿਛਲੇ 24 ਘੰਟਿਆਂ ਦੀ ਆ। ਇਹ ਮੇਨ ਖਬਰ ਇਹਦੇ ਵਿੱਚ ਇਹ ਜੁੜੀ ਹੋਈ ਆ, ਕੋਈ ਨੁਕਸਾਨ ਕਿਸੇ ਪ੍ਰਕਾਰ ਦੇ ਹੋਣ ਦੀ ਖਬਰ ਨਹੀਂ ਆ। ਪਾਇਲਟ ਵੱਲੋਂ ਬੜੀ ਸਿਆਣਪ ਦੇ ਨਾਲ ਤਕਨੀਕੀ ਤੌਰ ਦੇ ਉੱਤੇ ਆਪਣੀ ਮਹਾਰਤ ਨੂੰ ਵਰਤਦਿਆਂ 407 ਦੇ ਉੱਪਰ ਇਸ ਪਲੇਨ ਨੂੰ ਹੰਗਾਮੀ ਹਾਲਤਾਂ ਵਿੱਚ ਉਤਾਰਿਆ ਗਿਆ। ਕੋਈ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਆ। ਘਟਨਾ ਦੀ ਸੂਚਨਾ ਮਿਲਦੇ ਹੀ ontario ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਨੂੰ ਉਸ ਨੇ ਕੰਟਰੋਲ ਕੀਤਾ
ਅਤੇ ਉਸ ਨੂੰ ਸੁਰੱਖਿਅਤ ਕਰਨ ਦੇ ਲਈ ਹਾਈਵੇ ਦੀਆਂ ਲੇਨਾਂ ਬੰਦ ਕੀਤੀਆਂ। ਜ਼ਿਕਰ ਜਗ੍ਹਾ ਕਿ ਇਸ ਪਲੇਨ ਨੂੰ ਹਾਈਵੇ 'ਤੇ ਉਤਰਿਆ ਹੋਇਆ ਵੇਖਣ ਦੇ ਲਈ ਜਿਹੜੇ ਵਾਹੀਕਲ ਲੰਘ ਰਹੇ ਸੀ ਉਹਨਾਂ ਵੱਲੋਂ ਸਲੋਅ ਹੋਣ ਕਾਰਨ ਕਰਕੇ ਭਾਰੀ ਵੱਡੀ ਪੱਧਰ 'ਤੇ ਜਿਹੜਾ ਜਾਮ ਹਾਈਵੇ ਉੱਪਰ ਲੱਗਾ ਰਿਹਾ। ਪੀਲ ਪੁਲਿਸ ਨਾਲ ਹੀ ਆਪਣੇ ਭਾਈਚਾਰੇ ਨਾਲ ਇੱਕ ਸ਼ਰਮਨਾਕ ਜੁੜੀ ਹੋਈ ਖਬਰ ਆ। ਪੀਲ ਪੁਲਿਸ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਟਰੈਕਟਰ ਟ੍ਰੇਲਰ ਲੋਡ ਚੋਰੀ ਕਰਨ ਦੀਆਂ ਜੋ ਖਬਰਾਂ ਆ ਰਹੀਆਂ ਸੀਗੀਆਂ ਵੱਡੀ ਪੱਧਰ ਦੇ ਉੱਪਰ, ਉਹਦੇ ਸੰਬੰਧ ਵਿੱਚ 3 ਪੰਜਾਬੀਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। 6 ਮਹੀਨੇ ਦੀ ਲੰਬੀ ਚੱਲੀ ਜਾਂਚ ਤੋਂ ਬਾਅਦ ਪੁਲਿਸ ਇਸ ਸਿੱਟੇ 'ਤੇ ਪਹੁੰਚੀ ਕਿ $4 ਮਿਲੀਅਨ ਦੇ ਕਰੀਬ ਇਹਨਾਂ ਲੋਕਾਂ ਨੂੰ ਟਰੱਕ ਟ੍ਰੇਲਰ ਤੇ ਲੋਡ ਦਾ ਸਮਾਨ ਚੋਰੀ ਕੀਤਾ ਸੀ, ਜੋ ਇਹਨਾਂ ਕੋਲੋਂ ਹੁਣ ਬਰਾਮਦ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਵਿਅਕਤੀ ਸਮਾਨ ਚੋਰੀ ਕਰਕੇ ਵੱਖ-ਵੱਖ ਸਟੋਰੇਜ ਇਹਨਾਂ ਨੇ ਕਿਰਾਏ 'ਤੇ ਲਏ ਹੋਏ ਸੀਗੇ, ਬਕਾਇਦਾ ਯੂ ਹਾਲ ਜਾਂ ਕਿੱਦਾਂ, ਉੱਥੇ ਜਾ ਕੇ ਸਮਾਨ ਜਿਹੜਾ ਉਹਨਾਂ ਵਿੱਚ ਟਿਕਾ ਦਿੰਦੇ ਸੀ ਜਦੋਂ ਤੱਕ ਵਿਕਦਾ ਨਹੀਂ ਸੀਗਾ। ਉਹ ਸਟੋਰੇਜ ਦੇ ਵਿੱਚ ਇਹ ਸਮਾਨ ਨੂੰ ਸੇਫ ਰੱਖਦੇ ਸੀਗੇ। ਇਹਦੇ ਸੰਬੰਧ ਵਿੱਚ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ 39 ਸਾਲਾ ਧਰਵੰਤ ਸਿੰਘ, ਰਵਨੀਤ ਸਿੰਘ ਬਰਾੜ 25 ਸਾਲ ਅਤੇ ਦਵੇਸ਼ਪਾਲ 23 ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਅਪਰਾਧਿਕ ਚਾਰਜ ਲਾਏ ਹਨ। ਕਿਸਾਨੀ ਸੰਘਰਸ਼ ਨਾਲ ਜੁੜੀ ਅਸੀਂ ਖਬਰ ਜਿਹੜੀ ਆ ਤੁਹਾਨੂੰ ਜਿੱਦਾਂ ਆਪਾਂ ਹੁਣੇ ਵਿਚਾਰ ਕਰਕੇ ਹਟੇ ਹਾਂ ਕਿ ਅਸੀਂ ਉਹ ਜ਼ਰੂਰ ਸਾਂਝੀ ਕਰਿਆ ਕਰਾਂਗੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਕੱਲ੍ਹ ਦੀ ਬੜੀ ਦੁਖਦਾਈ ਖਬਰ ਆਈ ਸੀ ਕਿ ਟਿਕਰੀ ਬਾਰਡਰ ਦੇ ਉੱਪਰ ਧਰਨੇ ਉੱਪਰ ਆਈਆਂ ਔਰਤਾਂ ਦੇ ਵਿੱਚੋਂ 3 ਔਰਤਾਂ ਦੇ ਉੱਪਰ ਅਚਾਨਕ ਕਿਸੇ ਟੈਂਕਰ ਵੱਲੋਂ ਦੜ ਦਿੱਤੇ ਜਾਣ ਕਾਰਨ 3 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਬਾਕੀ ਕੁਝ ਜ਼ਖਮੀ ਹੋ ਗਈਆਂ ਸੀ। ਉਹਦੇ ਸੰਬੰਧ ਵਿੱਚ ਹੁਣ ਕਿਸਾਨ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਉਕਤ ਔਰਤਾਂ ਜੋ ਧਰਨੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਸੀ, ਉਹ ਵਾਪਸ ਜਾਣ ਲਈ ਫੁੱਟਪਾਥ ਉੱਪਰ ਬੱਸ ਦੀ ਉਡੀਕ ਕਰ ਰਹੀਆਂ ਸਨ, ਵਹੀਕਲ ਦੀ ਉਡੀਕ ਕਰ ਰਹੀਆਂ ਸਨ, ਪਰ ਲੇਕਿਨ ਇਹ ਟਰੱਕ ਇੰਨੀ ਤੇਜ਼ ਆਇਆ ਕਿ ਉਹਨੇ ਦੜਦਿਆਂ ਹੋਇਆਂ 3 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ। ਬੜੀ ਇਹ ਦੁਖਦਾਈ ਖਬਰ ਹੈ। ਵੈਸੇ ਹੁਣ ਤੱਕ ਬਹੁਤ ਸਾਰੀਆਂ ਆਪਣੀ ਕਿਸਾਨ ਬੀਬੀਆਂ ਦੀ ਜਾਨ ਜਾ ਚੁੱਕੀ ਹੈ। ਇਸ ਸੰਬੰਧ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਕਿਸਾਨ ਬੀਬੀਆਂ ਦਾ। ਉਹਨਾਂ ਨੇ ਲਗਾਤਾਰ ਉੱਥੇ ਵਰਦੇ ਮੀਂਹ ਦੇ ਵਿੱਚ ਆਪਣੇ ਆਪ ਨੂੰ ਕਿਸਾਨਾਂ ਦੇ ਨਾਲ ਰਹਿੰਦੇ ਹੋਏ ਲੰਗਰ ਪਕਾਇਆ, ਹਰ ਤਰ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਕਿਸਾਨਾਂ ਦੇ ਨਾਲ ਜਿਹੜੀਆਂ ਬੀਬੀਆਂ ਉਹ ਜੁੜੀਆਂ ਹੋਈਆਂ ਨੇ, ਕਿਉਂਕਿ ਸਾਡੇ ਵਜੂਦ ਦਾ ਮਾਮਲਾ ਆ। ਹੁਣ ਤੱਕ 700 ਦੇ ਉੱਪਰ ਕਰੀਬ ਜਾਨਾਂ ਜਾ ਚੁੱਕੀਆਂ, ਲੇਕਿਨ ਮੋਦੀ ਸਰਕਾਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕਦੀ ਜਾਪਦੀ। ਇੱਕ ਬੜੀ ਵੈਸੇ ਲੋਕਤੰਤਰ ਦੇਸ਼ ਦੇ ਵਿੱਚ ਬੜੀ ਮਾੜੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਸੰਬੰਧੀ ਕੋਈ ਇੱਕ ਬਿਆਨ ਵੀ ਨਹੀਂ ਆਇਆ। ਈਵਨ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ, ਉੱਥੇ ਕਿਸਾਨਾਂ ਦੀ ਜਾਨਾਂ ਗਈਆਂ ਸਨ, ਉਹਦੇ ਸੰਬੰਧੀ ਵੀ ਕੋਈ ਪ੍ਰਧਾਨ ਮੰਤਰੀ ਦਾ ਬਿਆਨ ਨਹੀਂ ਆਇਆ। ਭਾਵ ਸਭ ਕੁਝ ਜਾਣ ਕੇ ਵੀ ਉਹਨਾਂ ਨੇ ਅੱਖਾਂ ਮੀਟ ਰੱਖੀਆਂ। ਜਿਵੇਂ ਲਾ ਲਓ ਕਿ ਆਪਾਂ ਇਹ ਲੋਕਤੰਤਰ ਦੇਸ਼ ਦਾ ਇੱਕ ਤਕਾਜ਼ਾ ਨਹੀਂ ਹੈਗਾ ਕਿ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਨੇ ਵੱਡੀ ਪੱਧਰ 'ਤੇ ਮਰ ਰਹੇ ਆ, ਉਹ ਇੱਕ ਮੰਗ ਕਰ ਰਹੇ ਆ ਤਾਂ ਉਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕਿਸੇ ਮਸਲੇ ਨੂੰ ਇੰਨੀ ਵੱਡੀ ਪੱਧਰ 'ਤੇ ਵਧਣ ਦਿੱਤਾ ਜਾ ਰਿਹਾ ਕਿ ਦੇਸ਼ ਦਾ ਮਾਹੌਲ ਜੇ ਕੱਲ੍ਹ ਨੂੰ ਖਰਾਬ ਹੁੰਦਾ ਤਾਂ ਇੱਕ ਭਾਈਚਾਰੇ ਨੂੰ ਅੱਤਵਾਦੀ ਤੱਕ ਫਿਰ ਗਰਦਾਨਿਆ ਜਾਊਗਾ, ਜਿਹੜੀ ਕਿ ਬੜੀ ਗਲਤ ਗੱਲ ਆ। ਇੱਕ ਇਹਦੇ ਨਾਲ ਜੁੜੀ ਹੋਈ ਹੋਰ ਜਿਹੜੀ ਅਹਿਮ ਖਬਰ ਅਸੀਂ ਸਾਂਝੀ ਕਰਾਂਗੇ। ਕਿਸਾਨ ਜਿਹੜੀ ਨਿਹੰਗ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਲਗਾਤਾਰ 2 ਦਿਨਾਂ ਤੋਂ ਪ੍ਰੈਸ ਕਾਨਫਰੰਸ ਕੀਤੀ ਗਈਆਂ ਨੇ, ਆਪਣਾ ਪੱਖ ਰੱਖਣਾ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਇਹ ਬੜੀ ਵੱਡੀ ਘਾਟ ਸੀ ਨਿਹੰਗ ਜਥੇਬੰਦੀਆਂ ਬਾਰੇ ਕਿ ਉਹ ਆਪਣਾ ਪੱਖ ਪੱਤਰਕਾਰ ਮੀਡੀਆ ਦੇ ਸਾਹਮਣੇ ਰੱਖਦੇ ਨਹੀਂ ਸੀਗੇ। ਪਰ ਲੇਕਿਨ ਹੁਣ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਕੁਛ ਇੱਕ ਅਹਿਮ ਐਲਾਨ ਕੀਤੇ ਆ ਅਤੇ ਆਪਣੇ ਪੱਖ ਰੱਖਿਆ ਕੁਝ ਘਟਨਾਵਾਂ ਸੰਬੰਧੀ। ਨਿਹੰਗ ਜਥੇਬੰਦੀਆਂ ਵੱਲੋਂ ਹੁਣ ਮੁੱਖ ਤੌਰ 'ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਹੋਏ ਅਹਿਮ ਐਲਾਨ ਕੀਤੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਲਈ ਉਹਨਾਂ ਵੱਲੋਂ ਕੁਛ ਫੈਸਲਿਆਂ 'ਤੇ ਜੋ ਮੋਹਰ ਲਗਾਈ ਗਈ ਆ ਮੀਡੀਆ ਨਾਲ ਸਾਂਝੇ ਕੀਤੇ ਗਏ ਆ, ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਆ ਕਿ ਸਰਕਾਰਾਂ ਦੇ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣੀ ਹੁਣ ਨਾਮੁਮਕਿਨ ਆ। ਸਾਨੂੰ ਖੁਦ ਹੀ ਇਹਦੇ ਸੰਬੰਧੀ ਸਟੈਪ ਲੈਣੇ ਪੈਣੇ ਔਰ ਸਖਤੀ ਨਾਲ ਲੈਣੇ ਪੈਣੇ ਆ। ਨਿਹੰਗ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਫੈਸਲਾ ਕੀਤਾ ਗਿਆ ਕਿ ਉਹ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਦੌਰਾ ਕਰਕੇ ਜਥੇ ਭੇਜ ਕੇ ਅਤੇ ਸਾਰੇ ਗੁਰਦੁਆਰਿਆਂ ਦਾ ਜਾਇਜ਼ਾ ਲੈਣਗੇ। ਉਹਨਾਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਕਿ ਹੁਣ ਇਹ ਜ਼ਰੂਰੀ ਹੈਗੀ ਕਿ ਹਰੇਕ ਗੁਰਦੁਆਰਾ ਕਮੇਟੀ ਦਾ ਜਿਹੜਾ ਪ੍ਰਧਾਨ ਆ ਜਾਂ ਗੁਰਦੁਆਰਾ ਕਮੇਟੀ ਹੈਗੀ ਸਾਰੀ, ਉਹਦੇ ਮੈਂਬਰਾਂ ਨੂੰ ਜੇ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਆ ਤਾਂ ਉਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਊਗਾ। ਉਹਨਾਂ ਵੱਲੋਂ ਮੁੱਖ ਤੌਰ 'ਤੇ ਵਿਚਾਰ ਦਿੱਤਾ ਗਿਆ ਕਿ ਹਰੇਕ ਗੁਰੂ ਘਰ ਦੇ ਲਈ ਇੱਕ ਜਿਹੜਾ ਸੇਵਾਦਾਰ ਨੂੰ ਆਪਾਂ ਕਹਾਂਗੇ ਕਿ ਬਾਹਰ ਰਾਖੀ ਕਰਨ ਵਾਸਤੇ, ਇਤਿਆਦ ਵਰਤਣ ਵਾਸਤੇ
ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਉਹ ਹੋਣਾ ਚਾਹੀਦਾ ਆ, ਉਹਦੇ ਲਈ ਗੁਰਦੁਆਰਾ ਕਮੇਟੀ ਜ਼ਿੰਮੇਵਾਰ ਆ, ਜਾਂ ਜਿਹੜੇ ਗ੍ਰੰਥੀ ਸਿੰਘ ਹੈਗਾ ਆ ਉਹਨੂੰ ਵੀ ਇhtiyਾਤ ਵਰਤਣ ਦੇ ਲਈ ਹੁਣ ਕਿਹਾ ਜਾਊਗਾ। ਜੇ ਇਹ ਘਟਨਾ ਫਿਰ ਵੀ ਵਾਪਰਦੀ ਆ ਤੇ ਉਹਦੇ ਲਈ ਇਹਨਾਂ ਦੋਵਾਂ ਨੂੰ ਜ਼ਿੰਮੇਵਾਰ ਸਮਝਿਆ ਜਾਊਗਾ। ਇਸ ਮੌਕੇ ਨਿਹੰਗ ਜਥੇਬੰਦੀਆਂ ਵੱਲੋਂ ਇਹ ਵੀ ਗੱਲ ਕੀਤੀ ਕਿ ਜਿਹੜਾ ਬੰਦਾ ਦੋਸ਼ੀ ਪਾਇਆ ਗਿਆ, ਸਿੱਧਾ ਪੁਲਿਸ ਨੂੰ ਫੜਾਉਣ ਦੀ ਬਜਾਏ ਪਹਿਲਾਂ ਖਾਲਸਾਈ ਰਵਾਇਤਾਂ ਦੇ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਊਗੀ। ਭਾਵ ਜੋ ਵੀ ਸਜ਼ਾ ਮੁਕੱਰਰ ਕੀਤੀ ਜਾਊਗੀ ਪਹਿਲਾਂ ਉਹ ਸਜ਼ਾ ਦਿੱਤੀ ਜਾਊਗੀ, ਫਿਰ ਪੁਲਿਸ ਨੂੰ ਫੜਾਇਆ ਜਾਊਗਾ। ਇਹਦੇ ਸੰਬੰਧ ਵਿੱਚ ਉਹਨਾਂ ਨੇ ਕੁਝ ਹੋਰ ਜਿਹੜੀਆਂ ਵਿਚਾਰ ਸਾਂਝੇ ਕੀਤੇ ਮੀਡੀਆ ਦੇ ਨਾਲ ਕਿ ਜੋ ਉਹ ਸਟੈਪ ਚੁੱਕਣ ਜਾ ਰਹੇ ਆ ਸਖਤ ਨੇ ਪਰ ਬੜੇ ਜ਼ਰੂਰੀ ਆ, ਤਾਂ ਹੀ ਇਹ ਬੇਅਦਬੀਆਂ ਰੁਕਣਗੀਆਂ। ਉਹਨਾਂ ਵੱਲੋਂ ਸੀ ਕਿ ਜੇ ਉਹਨਾਂ ਨੂੰ ਕੋਈ ਵੀ ਪ੍ਰੋਮੀਨੈਂਟ ਬੰਦਾ ਭਾਵੇਂ ਹੋਵੇ ਗੁਰਦੁਆਰਾ ਕਮੇਟੀ ਨਾਲ ਜੁੜਿਆ ਹੋਇਆ, ਜੇ ਉਹ ਜ਼ਿੰਮੇਵਾਰ ਆ ਤਾਂ ਉਹਨੂੰ ਖਾਲਸਾਈ ਰਵਾਇਤ ਮੁਤਾਬਕ ਸਜ਼ਾ ਦਿੱਤੀ ਜਾਊਗੀ। ਇਹਦੇ ਸੰਬੰਧ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਅੱਜ ਮੀਡੀਆ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਇਹਨਾਂ ਫੈਸਲਿਆਂ ਸੰਬੰਧੀ ਉਹਨਾਂ ਦਾ ਕੋਈ ਸੁਝਾਅ ਹੈਗਾ ਤਾਂ ਉਹ ਉਹਨਾਂ ਨੂੰ ਦੱਸ ਸਕਦੇ ਆ, ਜੇ ਇਤਰਾਜ਼ ਹੈਗਾ ਉਹ ਵੀ ਦੱਸ ਸਕਦੇ ਆ, ਕਿਉਂਕਿ ਉਹਨਾਂ ਦਾ ਇਹ ਗਿਲਾ ਸੀਗਾ ਕਿ ਹਾਲੇ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਜਿਨ੍ਹਾਂ ਦਾ ਅਸਰ ਦਿਖਾਈ ਦਿੰਦਾ ਹੁਣ ਤੱਕ, ਤੇ ਇਹਨਾਂ ਬੇਅਦਬੀਆਂ ਨੂੰ ਰੋਕਿਆ ਜਾ ਸਕਦਾ। ਸੋ ਇਹ ਗੱਲ ਨੂੰ ਲੈ ਕੇ ਜਿਹੜੀ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਆ, ਇੱਕ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਿਹੜਾ ਭਾਜਪਾ ਵੱਲੋਂ ਲਖਵੀਰ ਟੀਟੂ ਮਾਰਿਆ ਗਿਆ, ਇੱਥੇ ਇਸਦਾ ਕਤਲ ਕੀਤਾ ਗਿਆ, ਉਹਦੇ ਸੰਬੰਧ ਵਿੱਚ ਭਾਜਪਾ ਵੱਲੋਂ ਇੱਕ ਜਾਤੀਵਾਦ ਦਾ ਮੁੱਦਾ ਬਣਾ ਕੇ ਲਖਵੀਰ ਦੇ ਪਰਿਵਾਰ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜ਼ਿਕਰਯੋਗ ਹੈ ਕਿ ਲਖਵੀਰ ਦੇ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਇੱਕ ਜਿਹੜੀ ਜਥੇਬੰਦੀ ਸੀਗੀ ਉਹ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਪਰ ਆਉਣ ਦੀ ਕੋਸ਼ਿਸ਼ ਕੀਤੀ। ਕਿਹਾ ਕਿ ਉਹ ਇੱਥੇ ਬਕਾਇਦਾ ਇੱਕ ਸਮਾਗਮ ਕਰਨਗੇ ਜਿਹਦੇ ਵਿੱਚ ਸੰਬੰਧ ਵਿੱਚ, ਕਿਉਂਕਿ ਉਹਨਾਂ ਨਾਲ ਇਹ ਬੜੀ ਬੇਇਨਸਾਫੀ ਹੋਈ ਹੈ ਕਿ ਜਾਤੀਵਾਦ ਦਾ ਮੁੱਦਾ ਉਭਾਰਿਆ ਜਾ ਰਿਹਾ ਸੀਗਾ। ਲੇਕਿਨ ਨਿਹੰਗ ਜਥੇਬੰਦੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਦਾ ਕਤਲ ਕੀਤਾ ਉਹ ਵੀ ਜਿਹੜੇ ਆਪਾਂ ਕਹਿ ਸਕਦੇ ਕਿ ਰੰਗਰੇਟੇ ਸਿੰਘ ਸੀਗੇ, ਜਿਨ੍ਹਾਂ ਨੂੰ ਜਿਹੜੇ ਹੁਣ ਜਾਤੀਵਾਦ ਸ਼ਬਦ ਆਪਾਂ ਨਹੀਂ ਯੂਜ਼ ਕਰ ਸਕਦੇ, ਖਾਲਸੇ ਰਵਾਇਤਾਂ ਮੁਤਾਬਕ ਉਹ ਰੰਗਰੇਟੇ ਸਿੰਘ ਹੀ ਸੀਗੇ। ਰੰਗਰੇਟੇ ਸਿੰਘਾਂ ਨੇ ਹੀ ਉਸ ਬੰਦੇ ਨੂੰ ਮਾਰਿਆ ਹੈਗਾ। ਸੋ ਇਹਦੇ ਜੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਵਾ ਤਾਂ ਉਸਦਾ ਕੋਈ ਜਾਤ ਧਰਮ ਨਹੀਂ ਆ, ਉਹ ਇਨਸਾਨ ਨਹੀਂ ਹੈਗਾ। ਇਹ ਗੱਲਾਂ ਜਿਹੜੀਆਂ ਉਹਨਾਂ ਨੇ ਅੱਜ ਜਿਹੜੀਆਂ ਸਾਂਝੀਆਂ ਕੀਤੀਆਂ। ਇਸ ਸੰਬੰਧੀ ਉਹਨਾਂ ਨੇ ਸਿੰਘੂ ਬਾਰਡਰ ਤੋਂ ਵਾਪਸ ਜਾਣ ਬਾਰੇ ਆਪਣਾ ਫੈਸਲਾ ਦੱਸਦਾ ਕਿਹਾ ਕਿ ਉਹ ਵਾਪਸ ਨਹੀਂ ਜਾਣਗੇ। ਦੁਬਾਰਾ ਉਹਨਾਂ ਨੇ ਇਸ ਫੈਸਲੇ ਨੂੰ ਦੁਹਰਾਇਆ ਅੱਜ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਬਾਹਰ ਦੀਆਂ ਸੰਗਤਾਂ ਵਾ ਉਹਨਾਂ ਵੱਲੋਂ ਮਤੇ ਪਾ ਕੇ ਭਾਵੇਂ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਸਿੱਖ ਜਥੇਬੰਦੀਆਂ ਹੈਗੀਆਂ ਜਾਂ ਹੋਰ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਮਤੇ ਪਾ ਕੇ ਬਕਾਇਦਾ ਕਿਸਾਨ ਨਿਹੰਗ ਜਥੇਬੰਦੀਆਂ ਵੱਲੋਂ ਨੂੰ ਭੇਜੇ ਗਏ ਆ ਕਿ ਉੱਥੋਂ ਨਾ ਜਾਣ, ਆਪਣਾ ਉਹ ਕੰਮ ਕਰਦੇ ਰਹਿਣ। ਇਹਦੇ ਸੰਬੰਧ ਵਿੱਚ ਕੁਝ ਜਿਹੜੇ ਮਤੇ ਆ ਉਹਨਾਂ ਨੇ ਮੀਡੀਆ ਦੇ ਨਾਲ ਸਾਂਝੇ ਵੀ ਕੀਤੇ। ਅੰਟਾਰੀਓ ਦੀ ਜਿਹੜੀ ਖਬਰ ਮੇਨ ਹੈਗੀ ਆ ਆਪਾਂ ਇਹ ਸਾਂਝੀ ਕਰਾਂਗੇ ਕਿ ਮੈਂ ਇਹ ਖਬਰ ਵੈਸੇ ਤਾਂ ਰੋਜ਼ ਸਾਂਝੀ ਕਰਦਾ ਕਿ ਸਾਡੇ ਦਿਮਾਗਾਂ 'ਚ ਬਣਿਆ ਰਹੇ ਕਿ ਅਜੇ ਤੱਕ ਅਸੀਂ ਪੈਂਡੈਮਿਕ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ। 409 ਕੇਸ ਅੱਜ ਆਏ ਆ, 3 ਮੌਤਾਂ ਹੋਈਆਂ ਨੇ, 45% ਦੇ ਕਰੀਬ ਜਿਹੜੇ ਆ ਇਹ ਕੇਸ ਹੈਗੇ ਆ ਹੁਣ ਅੰਟਾਰੀਓ ਦੇ ਸਕੂਲਾਂ ਦੇ ਵਿੱਚ ਬਣ ਗਏ ਆ। ਭਾਵ ਸਮੁੱਚੇ ਕੇਸਾਂ ਦੇ ਜਿਹੜੇ 45 ਤੋਂ 50% ਕੇਸ ਜਿਹੜੇ ਆ ਇਕੱਲੇ ਸਕੂਲਾਂ ਦੇ ਵਿੱਚ ਆ ਰਿਹਾ, ਜਿਹੜੇ ਬੜਾ ਚਿੰਤਾਜਨਕ ਵਿਸ਼ਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੀ ਵੈਕਸੀਨ ਸੀਗੀ ਬੱਚਿਆਂ ਨੂੰ ਉਹ ਲੱਗਣੀ ਬੜੀ ਜ਼ਰੂਰੀ ਆ। ਹਾਲੇ ਉਹਦਾ ਹੈਲਥ ਕੈਨੇਡਾ ਵੱਲੋਂ ਅਪਰੂਵਲ ਦਿੱਤੇ ਜਾਣਾ ਬਾਕੀ ਆ। ਅੰਟਾਰੀਓ ਗਵਰਨਮੈਂਟ ਵੱਲੋਂ ਬਕਾਇਦਾ ਇਸ ਦੀਆਂ ਤਿਆਰੀਆਂ ਕੀਤੀਆਂ ਗਈਆਂ, ਲੇਕਿਨ ਪਿੱਛੇ ਜੇ ਹੁਣ ਜਿਹੜੇ ਪ੍ਰੀਮੀਅਰ ਡਗਫੋਰਡ ਵੱਲੋਂ ਉਹਨਾਂ ਕੰਸਰਨ ਜਾਰੀ ਕੀਤਾ ਸੀ ਕਿ ਬਹੁਤ ਸਾਰੇ ਮਾਪੇ ਜਿਹੜੇ ਆ ਝਿਜਕ ਰਹੇ ਆ ਆਪਣੇ ਬੱਚਿਆਂ ਨੂੰ ਵੈਕਸੀਨ ਲਵਾਉਣ ਤੋਂ। ਪਰ ਮੇਰਾ ਮੰਨਣਾ ਹੈ ਕਿ ਜੇ ਇਹਨੂੰ ਹੈਲਥ ਕੈਨੇਡਾ ਵੱਲੋਂ ਅਪਰੂਵ ਕੀਤਾ ਜਾਂਦਾ ਤਾਂ ਕਾਫੀ ਇੱਕ ਲੰਬਾ ਚੌੜਾ ਪ੍ਰੋਸੈਸ ਹੁੰਦਾ, ਉਸ ਤੋਂ ਬਾਅਦ ਹੀ ਵੈਕਸੀਨ ਨੂੰ ਅਪਰੂਵਲ ਕੀਤਾ ਜਾਂਦਾ। ਵੈਸੇ ਵੀ ਇਸ ਵੈਕਸੀਨ ਨੂੰ ਥੋੜ੍ਹਾ ਮਾਈਲਡ ਰੱਖਿਆ ਗਿਆ ਆ ਅਡਲਟ ਦੀ ਵੈਕਸੀਨ ਦੇ ਮੁਕਾਬਲੇ। ਜੇ ਇਹਦੀ ਅਪਰੂਵਲ ਮਿਲਦੀ ਆ ਤਾਂ ਸਾਨੂੰ ਇਸ ਨੂੰ ਜ਼ਰੂਰ ਲਵਾਉਣਾ ਚਾਹੀਦਾ, ਆਪਣੇ ਬੱਚਿਆਂ ਨੂੰ ਸੇਫ ਕਰਨਾ ਚਾਹੀਦਾ ਆ। ਅਗਲੀ ਖਬਰ ਹੈਲੋਵੀਨ ਦੇ ਉੱਪਰ ਹੋਣ ਵਾਲੇ ਪ੍ਰੋਗਰਾਮਾਂ ਨਾਲ ਜੁੜੀ ਹੋਈ ਆ। ਅੰਟਾਰੀਓ ਗਵਰਨਮੈਂਟ ਨੇ ਇੱਕ ਫੈਸਲਾ ਕਰਦਿਆਂ ਇਹ ਗੱਲ ਕਹੀ ਆ ਕਿ ਹੈਲੋਵੀਨ ਤੋਂ ਹੋਣ ਵਾਲੇ ਜਿੰਨੇ ਆਊਟਡੋਰ ਪ੍ਰੋਗਰਾਮ ਆ, ਭਾਵ ਖੁੱਲ੍ਹੇ ਥਾਵਾਂ 'ਤੇ ਹੋਣ ਵਾਲੇ ਪ੍ਰੋਗਰਾਮ ਆ, ਉਹਨਾਂ ਦੇ ਉੱਪਰ ਜਿਹੜੀ ਗਿਣਤੀ ਦੀ ਸੀਮਾ ਸੀਗੀ ਜਿਹੜੀ ਹਟਾ ਦਿੱਤੀ ਗਈ ਆ। ਹੁਣ ਕੋਈ ਸੀਮਾ ਨਹੀਂ ਹੋਊਗੀ, ਭਾਵ ਜਿੰਨਾ ਵੱਡੇ ਪੱਧਰ 'ਤੇ ਖੁੱਲ੍ਹਾ ਇਕੱਠ ਹੋ ਸਕੂਗਾ। ਹੈਲੋਵੀਨ ਪਰੇਡ, ਰਿਮੈਂਬਰੈਂਸ ਡੇ ਦੇ ਉੱਪਰ ਹੋਣ ਵਾਲੇ ਇਕੱਠਾਂ ਦੇ ਉੱਪਰ ਕੋਈ ਰੋਕ ਨਹੀਂ ਹੋਊਗੀ, ਲੇਕਿਨ
ਜਿੱਥੇ 2 ਮੀਟਰ ਦੀ ਡਿਸਟੈਂਸ ਪੋਸੀਬਲ ਨਹੀਂ ਹੈਗੀ ਉੱਥੇ ਮਾਸਕ ਪਾਉਣਾ ਜ਼ਰੂਰੀ ਦੱਸਿਆ ਗਿਆ ਆ। ਸੋ ਇਸ ਵਾਰ ਮੈਨੂੰ ਲੱਗਦਾ ਕਿ ਹੈਲੋਵੀਨ ਡੇ ਦੇ ਉੱਪਰ ਰੌਣਕ ਵਧਣ ਦੀ ਸੰਭਾਵਨਾ ਆ। PSW ਨਾਲ ਜੁੜੀ ਹੋਈ ਖਬਰ ਆ, ਜਿਹੜੀਆਂ ਪਰਸਨਲ ਸਪੋਰਟ ਵਰਕਰ ਅੰਟਾਰੀਓ 'ਚ ਕੰਮ ਕਰ ਰਹੀਆਂ ਉਹਨਾਂ ਦੀਆਂ ਤਨਖਾਹਾਂ ਟੈਂਪਰੇਰੀ ਤੌਰ ਦੇ ਉੱਪਰ ਅਕਤੂਬਰ 2020 ਤੋਂ ਉਹਨਾਂ 'ਚ ਵਾਧਾ ਕੀਤਾ ਗਿਆ। ਅੱਜ ਅੰਟਾਰੀਓ ਗਵਰਨਮੈਂਟ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਇਸ ਵਾਧੇ ਨੂੰ ਮਾਰਚ 2022 ਤੱਕ ਅਜੇ ਜਾਰੀ ਰੱਖਿਆ ਜਾਊਗਾ। ਵੈਸੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਵਾਅਦਾ ਕੀਤਾ ਗਿਆ ਤਾਂ ਉਹਨੂੰ ਵਾਪਸ ਲੈਣ ਵਾਲੀ ਕਿਹੜੀ ਗੱਲ ਆ। ਉਹ ਬੜੀ ਮਿਹਨਤ ਕਰਨੀ ਪੈਂਦੀ ਆ PSW ਨੂੰ। ਸੋ ਉਹਨਾਂ ਦੀਆਂ ਤਨਖਾਹਾਂ ਪੱਕੇ ਤੌਰ 'ਤੇ ਵਧਣੀਆਂ ਚਾਹੀਦੀਆਂ ਨੇ। ਲੇਕਿਨ ਸਰਕਾਰ ਵੱਲੋਂ ਇਸ ਗੱਲ ਦਾ ਜਿਹੜਾ ਪ੍ਰਗਟਾਵਾ ਕੀਤਾ ਗਿਆ ਕਿ ਅੰਟਾਰੀਓ ਸਰਕਾਰ ਦਾ ਹੁਣ ਤੱਕ ਇਸ ਵਾਧੇ ਕਾਰਨ $373 ਮਿਲੀਅਨ ਦਾ ਖਰਚਾ ਜਿਹੜਾ ਉਹ ਆ ਰਿਹਾ ਹੈ, ਜਿਹਦੇ ਤਹਿਤ ਹੁਣ ਜਿਹੜੀ $3 ਪਰ ਆਵਰ ਇਹ PSW ਦੀ ਤਨਖਾਹ ਵਧਾਈ ਗਈ ਸੀ। ਕੁੱਲ 1,58,000 ਦੇ ਕਰੀਬ ਜਿਹੜੇ ਕਾਮੇ ਹੈਗੇ ਆ, ਜਿਹੜੇ ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਕੰਮ ਕਰ ਰਹੇ ਆ ਜਾਂ ਹੋਰ ਜਿਹੜੇ ਓਲਡ ਏਜ ਕੇਅਰ ਆ ਉੱਥੇ ਕੰਮ ਕਰ ਰਹੀਆਂ ਹੈਗੀਆਂ PSW, ਉਹਨਾਂ ਨੂੰ ਫਾਇਦਾ ਮਿਲ ਰਿਹਾ ਆ ਇਸ ਦਾ। ਵੈਸੇ ਸਾਡਾ ਇਹ ਮੰਨਣਾ ਕਿ ਇਸ ਵਾਧੇ ਨੂੰ ਸਦਾ ਲਈ ਬਰਕਰਾਰ ਰੱਖਣਾ ਚਾਹੀਦਾ, ਕਿਉਂਕਿ ਕਾਫੀ ਮਿਹਨਤ ਉਹਨਾਂ ਨੂੰ ਕਰਨੀ ਪੈਂਦੀ ਆ। ਆਪਣੀ ਲਾਈਫ ਨੂੰ ਰਿਸਕ 'ਚ ਪਾ ਕੇ ਉਹਨਾਂ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਲੌਂਗ ਟਰਮ ਕੇਅਰ ਦੇ ਨਾਲ ਜੁੜੀ ਹੋਈ ਖਬਰ ਆ, ਅੰਟਾਰੀਓ ਵੱਲੋਂ ਹੁਣ ਇੱਕ ਨਵਾਂ ਲਾਅ ਲਿਆਂਦਾ ਜਾ ਰਿਹਾ, ਜਿਸ ਦੇ ਸੰਬੰਧ ਵਿੱਚ ਲੌਂਗ ਟਰਮ ਕੇਅਰ ਸੈਂਟਰਾਂ ਦੇ ਵਿੱਚ ਜਿਹੜਾ ਮਾਹੌਲ ਆ, ਸਟੈਂਡਰਡ ਆ, ਉਹਨੂੰ ਵਧੇਰੇ ਸੁਰੱਖਿਅਤ ਕਰਨ ਵਾਸਤੇ ਲਾਅ ਲਿਆਂਦਾ ਜਾ ਰਿਹਾ। ਅੱਜ ਦੁਪਹਿਰ ਤੋਂ ਬਾਅਦ ਇਹਦੇ ਸੰਬੰਧੀ ਜਿਹੜੇ ਹੋਰ ਗਾਈਡਲਾਈਨਸ ਆ ਉਹ ਜਾਰੀ ਕੀਤੀਆਂ ਜਾਣੀਆਂ ਸੀ ਕਿ ਕਿਸ ਤਰ੍ਹਾਂ ਜਿਹੜੇ ਲੌਂਗ ਟਰਮ ਕੇਅਰ ਸੈਂਟਰ ਆ, ਓਲਡ ਏਜ ਕੇਅਰ ਸੈਂਟਰ ਆ, ਇਹਨਾਂ ਦੇ ਵਿੱਚ ਬਿਹਤਰ ਜਿਹੜੀਆਂ ਸੇਵਾਵਾਂ ਮੈਡੀਕਲ ਸੇਵਾਵਾਂ ਜਿਹੜੀਆਂ ਬਣਾਈਆਂ ਜਾ ਸਕਦੀਆਂ ਨੇ। ਕਿਉਂਕਿ ਜਦੋਂ ਕਰੋਨਾ ਸੀਗਾ ਬੜੀ ਵੱਡੀ ਪੱਧਰ ਦੇ ਉੱਪਰ ਓਲਡ ਏਜ ਕੇਅਰ ਸੈਂਟਰਾਂ ਦੇ ਵਿੱਚ ਮੌਤਾਂ ਦੀ ਜਿਹੜੀ ਦਰ ਆ ਉਹ ਪਾਈ ਗਈ ਸੀ। ਇਹ ਵੀ ਪਾਇਆ ਗਿਆ ਸੀ ਕਿ ਬਹੁਤ ਸਾਰੇ ਓਲਡ ਏਜ ਕੇਅਰ ਸੈਂਟਰਾਂ ਦੇ ਵਿੱਚ ਜਿਹੜੇ ਪ੍ਰਬੰਧ ਆ ਉਹ ਉਚਿਤ ਨਹੀਂ ਸੀਗੇ, ਜਿਹਦੇ ਕਰਕੇ ਹੁਣ ਅੰਟਾਰੀਓ ਗੌਰਮੈਂਟ ਇੱਕ ਲਾਅ ਇਹਦੇ ਸੰਬੰਧੀ ਹੁਣ ਲੈ ਕੇ ਆ ਰਹੀ ਆ, ਜਿਹਦਾ ਵੇਰਵਾ ਆਉਣਾ ਅਜੇ ਬਾਕੀ ਆ। ਟਰਾਂਟੋ ਟਰਾਂਸਪੋਰਟ ਬੱਸ ਨਾਲ ਜੁੜੀ ਹੋਈ ਖਬਰ ਆ। ਟਰਾਂਸਪੋਰਟ ਜਿਹੜੀ ਸਰਵਿਸਿਜ਼ ਹੈਗੀ ਆ ਟਰਾਂਟੋ ਦੀ, ਵੈਕਸੀਨ ਪਾਸਪੋਰਟ ਲਾਗੂ ਹੋਣ ਤੋਂ ਬਾਅਦ ਬੜੀ ਵੱਡੀ ਪੱਧਰ 'ਤੇ ਉਹਨਾਂ ਨੂੰ ਕਾਮਿਆਂ ਦੀ ਘਾਟ ਡਿਪਾਰਟਮੈਂਟ ਨੂੰ ਜਿਹੜੀ ਆ ਦਰਪੇਸ਼ ਆਈ ਆ। 50,000 ਦੇ ਕਰੀਬ ਕਾਮੇ ਜਿਹੜੇ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਆ। ਸੋ ਇੱਥੋਂ ਇਹ ਪਤਾ ਲੱਗਦਾ ਹੈਗਾ ਕਿ ਬਹੁਤ ਸਾਰੇ ਜੇ ਇੰਪਲਾਈ ਜਿਹੜੇ ਆ ਫੈਡਰਲ ਜਾਂ ਆਪਾਂ ਕਹਿ ਸਕਦੇ ਜਿਹੜੇ ਕਾਰਪੋਰੇਟ ਇੰਪਲਾਈ ਆ, ਉਹਨਾਂ ਨੇ ਵੈਕਸੀਨ ਨਹੀਂ ਲਵਾਈ, ਤਾਂ ਹੀ ਗੌਰਮੈਂਟ ਜਿਹੜੀ ਆ ਜਿਹੜਾ ਵੈਕਸੀਨ ਪਾਸਪੋਰਟ ਆ ਜਿਹੜਾ ਕੋਵਿਡ ਦਾ ਜਿਹੜਾ ਜ਼ਰੂਰੀ ਹੈਗਾ ਆ ਵੈਕਸੀਨ ਜਿਹੜੀ ਆ ਵੈਕਸੀਨ ਮੈਂਡੇਟ ਜਿਹੜਾ ਉਹ ਨਹੀਂ ਕਰ ਪਾ ਰਹੀ, ਕਿਉਂਕਿ ਹੈਲਥ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ ਅਤੇ ਟਰਾਂਜਿਟ ਜਿਹੜਾ ਹੈਗਾ ਇਹਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਕਰਮਚਾਰੀ ਉਹਨਾਂ ਨੇ ਵੈਕਸੀਨ ਨਹੀਂ ਲਵਾਈ, ਜਿਹੜੀ ਬੜੀ ਚਿੰਤਾ ਦੀ ਵਿਸ਼ਾ ਆ। ਜੇ ਅੰਟਾਰੀਓ ਗੌਰਮੈਂਟ ਅੱਜ ਜਿਹੜਾ ਹੈਗਾ ਵਾ ਜਿਹੜਾ ਵੈਕਸੀਨ ਮੈਂਡੇਟ ਨੂੰ ਲੈ ਆਉਂਦੀ ਆ ਅਤੇ ਇਹਦੇ ਨਾਲ ਬਹੁਤ ਵੱਡੀ ਪੱਧਰ 'ਤੇ ਉਹਨਾਂ ਨੂੰ ਕਾਮਿਆਂ ਦੀ ਘਾਟ ਹੋ ਸਕਦੀ ਆ। ਇਹੀ ਕਾਰਨ ਹੈ ਕਿ ਅੰਟਾਰੀਓ ਗੌਰਮੈਂਟ ਵੱਲੋਂ ਹਾਲੇ ਤੱਕ ਉਸ ਫੈਸਲੇ ਨੂੰ ਪੈਂਡਿੰਗ ਰੱਖਿਆ ਗਿਆ ਆ। ਅੰਤਰਰਾਸ਼ਟਰੀ ਖਬਰਾਂ ਲੈ ਲੈਂਦੇ ਹਾਂ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਹਿਮ ਖਬਰ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀ ਹੁਣ ਅੱਜ ਸਾਹਮਣੇ ਆ ਰਹੀ ਹੈ ਕਿ ਤਾਇਵਾਨ ਤੋਂ ਅਪਡੇਟ ਹੈਗੀ ਕਿ ਅਮਰੀਕਾ ਦੇ ਚੀਨ ਦੇ ਵਿੱਚ ਤਾਇਵਾਨ ਦੇ ਮਾਮਲੇ ਦੀ ਟੈਨਸ਼ਨ ਹੁਣ ਵੱਧਦੀ ਜਾ ਰਹੀ ਆ। ਇਸ ਗੱਲ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਵਰਲਡ ਵਾਰ ਦਾ ਸਾਹਮਣਾ ਵਰਲਡ ਨੂੰ ਕਰਨਾ ਪੈ ਸਕਦਾ ਜੇ ਇਸ ਹਿਸਾਬ ਨਾਲ ਹਾਲਾਤ ਬਣਦੇ ਜਾ ਰਹੇ ਆ, ਕਿਉਂਕਿ ਚੀਨ ਲਗਾਤਾਰ ਤਾਇਵਾਨ ਵੱਲ ਆਪਣਾ ਪ੍ਰਭਾਵ ਵਧਾ ਰਿਹਾ ਆ। ਉੱਥੇ ਪਿੱਛੇ ਜੇ ਚੀਨ ਵੱਲੋਂ ਆਪਣੇ ਹਵਾਈ ਪ੍ਰਦਰਸ਼ਨ ਦਾ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀਗਾ, ਹੁਣ ਜਿਹੜੇ ਟੈਂਕ ਜਿਹੜੇ ਆ ਉੱਧਰ ਨੂੰ ਲਾਏ ਗਏ ਆ। ਉੱਥੋਂ 200 ਕਿਲੋਮੀਟਰ ਦੇ ਕਰੀਬ ਜਿਹੜਾ ਇਹ ਤਾਇਵਾਨ ਆਈਲੈਂਡ ਹੈਗਾ ਆ। ਇਹ ਚੀਨ ਦੀਆਂ ਇਸ ਕਾਰਵਾਈਆਂ ਦੇ ਕਰਕੇ ਹੀ ਹੁਣ ਅੱਜ ਜਿਹੜੇ ਤਾਇਵਾਨ ਦੀ ਜਿਹੜੀ ਰਾਸ਼ਟਰਪਤੀ ਹੈਗੀ ਆ ਉਹਨਾਂ ਵੱਲੋਂ ਇਸ ਗੱਲ ਦਾ ਕਨਫਰਮ ਕੀਤਾ ਗਿਆ ਕਿ ਜਿਹੜੀਆਂ ਅਮਰੀਕੀ ਫੌਜਾਂ ਆ ਉਹ ਤਾਇਵਾਨ ਪਹੁੰਚ ਚੁੱਕੀਆਂ ਨੇ। ਭਾਵ ਬੜੇ ਲੰਬੇ ਸਮੇਂ ਬਾਅਦ ਹੁਣ ਅਮਰੀਕੀ ਫੌਜਾਂ ਦੁਬਾਰਾ ਐਂਟਰ ਹੋਈਆਂ ਤਾਇਵਾਨ ਦੇ ਵਿੱਚ ਚੀਨ ਨੂੰ ਰੋਕਣ ਵਾਸਤੇ। ਇਸ ਮੌਕੇ ਆਪਣਾ ਦਰਦ ਪੇਸ਼ ਕਰਦਿਆਂ ਜਿਹੜੀ ਤਾਇਵਾਨ ਦੀ ਰਾਸ਼ਟਰਪਤੀ ਹੈਗੀ ਆ ਤਸਾਈ ਵਿੰਗ ਵੈਨ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਚੀਨ ਜੇ ਇਹਦੇ ਉੱਤੇ ਕਬਜ਼ਾ ਕਰ ਲੈਂਦਾ ਹੈਗਾ ਆ ਤਾਇਵਾਨ ਦੇ ਉੱਪਰ ਤਾਂ ਇਹ ਇੱਕ ਲੋਕਤੰਤਰੀ ਕਦਰਾਂ ਕੀਮਤਾਂ ਦੀ ਹਾਰ ਹੋਊਗੀ ਵਰਲਡ ਭਰ ਦੇ ਵਿੱਚ। ਭਾਵ ਜਿਹੜੀ ਇੱਥੇ ਕਿੰਨੇ ਮਿਲੀਅਨ ਦੇ ਲੋਕ 23 ਮਿਲੀਅਨ ਦੇ ਕਰੀਬ ਲੋਕ ਹੈਗੇ ਆ ਜਿਹੜੇ ਇਸ ਗੱਲ ਲਈ ਲੜ ਰਹੇ ਆ ਕਿ ਅਸੀਂ ਚੀਨ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਨਹੀਂ ਮੰਨਣਾ। ਇੱਥੇ ਜਿਹੜੀਆਂ ਲੋਕਤੰਤਰੀ ਕਦਰਾਂ ਕੀਮਤਾਂ ਉਹ ਬਹਾਲ ਰਹਿਣੀਆਂ ਚਾਹੀਦੀਆਂ ਨੇ। ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਮਰੀਕਾ ਕਿਸ ਪੱਧਰ ਤੱਕ ਇੰਟਰਵੇਨ ਉੱਥੇ ਕਰ ਪਾਉਂਦਾ ਹੈਗਾ।
ਚੀਨ ਉਸ ਦਾ ਕਿੱਦਾਂ ਜਵਾਬ ਦਿੰਦਾ, ਅਤੇ ਵਰਲਡ ਜਿਹੜਾ ਸਾਰਾ ਹੈਗਾ, ਵੱਡੀਆਂ ਜਿਹੜੇ ਦੇਸ਼ ਹੈਗੇ ਆ ਉਹ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਆ। ਮੇਰਾ ਇਹ ਮੰਨਣਾ ਹੈਗਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਹੁਣ ਇਹ ਮੌਕਾ ਹੈਗਾ ਕਿ ਇਸ ਸਮੱਸਿਆ ਨੂੰ ਰੋਕਿਆ ਜਾਣਾ ਚਾਹੀਦਾ, ਨਹੀਂ ਤਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਭਾਵ ਵੱਧਦਾ ਅਤੇ ਦੂਜੇ ਵਰਲਡ ਵਾਰ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਸਕਦੀਆਂ ਹਨ। ਭਾਰਤ ਤੋਂ ਇੱਕ ਦੋ ਖਬਰਾਂ, ਜਿਹੜੀ ਅਹਿਮ ਖਬਰ ਭਾਰਤ ਤੋਂ ਹੈਗੀ ਆ, ਭਾਰਤ ਨੇ ਹਾਲ ਦੇ ਵਿੱਚ ਹੀ ਜੋ ਚੀਨ ਵੱਲੋਂ ਪਹਿਲਾਂ ਸੁਪਰਸੋਨਿਕ ਮਿਜ਼ਾਈਲ ਦਾ ਜਿਹੜਾ ਟੈਸਟ ਕੀਤਾ ਗਿਆ ਸੀਗਾ, ਚੀਨ ਲਗਾਤਾਰ ਜਿਹੜਾ ਆਪਣੇ ਇਸ ਖੇਤਰ ਦੇ ਵਿੱਚ ਪ੍ਰਗਤੀ ਦਿਖਾ ਰਿਹਾ ਆ। ਹੁਣ ਭਾਰਤ ਵੱਲੋਂ ਵੀ ਉਸ ਦਾ ਜਵਾਬ ਦਿੰਦਾ ਹੈ 5000 ਕਿਲੋਮੀਟਰ ਮਾਰ ਕਰਨ ਵਾਲੀ ਬਲਾਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਅਗਨੀ 5 ਨੂੰ ਬਕਾਇਦਾ ਵੈਸਟ ਬੰਗਾਲ ਦੇ ਵਿੱਚ ਟੈਸਟ ਕੀਤਾ ਗਿਆ। ਜਿਹੜੇ ਖੋਜ ਜਿਹਦੇ ਨਾਲ ਜੁੜੇ ਹੋਏ ਅਧਿਕਾਰੀ ਹੈਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਬੜਾ ਇੱਕ ਸਫਲ ਪ੍ਰੀਖਣ ਸੀਗਾ, ਅਤੇ ਚੀਨ ਦੀ ਹਰੇਕ ਜਿਹੜਾ ਕਾਰਵਾਈ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਊਗਾ। ਸੋ ਇਹ ਇੱਕ ਦੌੜ ਹੁਣ ਬਣ ਗਈ ਆ ਦੋਵਾਂ ਦੇਸ਼ਾਂ ਦੇ ਵਿੱਚ ਕਿ ਭਾਰਤ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਵੀ ਉਸਨੂੰ ਇਹ ਸਾਰੇ ਜਿਹੜੇ ਟੈਸਟ ਆ ਉਹ ਕਰਨੇ ਪੈਣਗੇ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਊਗਾ, ਕਿਉਂਕਿ ਚੀਨ ਲਗਾਤਾਰ ਆਪਣਾ ਪ੍ਰਭਾਵ ਜਿਹੜਾ ਆ ਬਾਰਡਰ ਦੇ ਉੱਪਰ ਵਧਾ ਰਿਹਾ ਆ ਅਤੇ ਟੈਸਟ ਵੀ ਕਰ ਰਿਹਾ। ਭਾਰਤ ਤੋਂ ਹੀ ਇਹ ਖਬਰ ਹੈ, ਬੜੀ ਦੁਖਦਾਈ ਖਬਰ ਆ। ਜੇ ਭਾਰਤ ਨੇ ਵੱਡੇ ਦੇਸ਼ਾਂ ਦਾ ਮੁਕਾਬਲਾ ਕਰਨਾ ਹੈਗਾ ਤਾਂ ਉਹਨੂੰ ਇਹਨਾਂ ਜਿਹੜੀ ਮੈਂ ਸਮੱਸਿਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਇਹ ਤੋਂ ਛੁਟਕਾਰਾ ਪਾਉਣਾ ਪਊਗਾ ਕਿ ਭਾਰਤ ਦੇ ਵਿੱਚ ਵੱਧ ਰਹੀ ਸਹਿਣਸ਼ੀਲਤਾ, ਧਾਰਮਿਕ ਸਹਿਣਸ਼ੀਲਤਾ, ਅਖੌਤੀ ਰਾਸ਼ਟਰਵਾਦ, ਇਹਨਾਂ ਗੱਲਾਂ ਦੇ ਕਰਕੇ ਜਿਹੜੀ ਉੱਥੇ ਘੱਟ ਗਿਣਤੀਆਂ ਹੈਗੀਆਂ ਉਹਨਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਆਪਣੇ ਪੰਜਾਬ ਦੇ ਸਿੱਖਾਂ ਦਾ ਵੀ ਹਮੇਸ਼ਾ ਇਹ ਗਿਲਾ ਰਿਹਾ ਹੈਗਾ ਆ, ਮੁਸਲਮਾਨ ਭਾਈਚਾਰੇ ਦਾ ਵੀ ਗਿਲਾ ਰਿਹਾ। ਲੇਕਿਨ ਉਹ ਪਿੱਛੇ ਜੇ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਜੋ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਕ੍ਰਿਕਟ ਦਾ ਮੈਚ ਹੋਇਆ ਸੀ, ਉਹਦੇ ਵਿੱਚ ਪਾਕਿਸਤਾਨ ਦੀ ਜਿੱਤ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਵੀ ਇਹ ਖੁਸ਼ੀ ਮਨਾਈ, ਕਿਉਂਕਿ ਕੁਛ ਲੋਕ ਵੈਸੇ ਦੋਸਤ ਵੀ ਆਪਣੇ ਵਿੱਚ ਸ਼ਰਤ ਲਾ ਲੈਂਦੇ ਆ ਕਿ ਜੋ ਮੈਚ ਚੱਲ ਰਿਹਾ ਇਹਦੇ ਵਿੱਚ ਇਹ ਦੇਸ਼ ਜਿੱਤੇਗਾ, ਇਹ ਹਾਰੇਗਾ। ਕੁਛ ਦੋਸਤ ਕਹਿੰਦੇ ਕਿ ਨਹੀਂ ਭਾਰਤ ਜਿੱਤੂਗਾ, ਪਾਕਿਸਤਾਨ ਹਾਰੂਗਾ। ਲੇਕਿਨ ਉਹਨਾਂ ਦੀ ਜਦੋਂ ਕੋਈ ਜਿੱਤ ਹੁੰਦੀ ਆ ਤਾਂ ਜਿਹੜਾ ਪ੍ਰਤੀਕਰਮ ਆਉਂਦਾ ਉਹਨੂੰ ਇਸ ਰੂਪ ਵਿੱਚ ਦੇਖਿਆ ਜਾਂਦਾ ਕਿ ਰਾਸ਼ਟਰ ਦੇ ਖਿਲਾਫ ਹੈ ਭਾਵਨਾ। ਇਹਦੇ ਸੰਬੰਧ ਵਿੱਚ ਉਦੈਪੁਰ ਤੋਂ ਨੀਰਜ ਮੋਦੀ ਸਕੂਲ ਇੱਕ ਹੈਗਾ ਆ, ਉਹਦੇ ਵੱਲੋਂ ਆਪਣੀ ਟੀਚਰ ਨੂੰ ਇਸ ਕਰਕੇ ਸੇਵਾਵਾਂ ਤੋਂ ਕੱਢ ਦਿੱਤਾ ਗਿਆ ਕਿ ਉਸਨੇ ਭਾਰਤ ਪਾਕਿਸਤਾਨ ਦੇ ਮੈਚ ਤੋਂ ਬਾਅਦ ਆਪਣੀ ਸੋਸ਼ਲ ਮੀਡੀਆ 'ਤੇ ਆਪਣੀ ਟਿੱਪਣੀ ਕਰਦਿਆਂ ਇਹ ਲਿਖਿਆ ਸੀ ਵੀ ਵਿਨ, ਭਾਵ ਅਸੀਂ ਜਿੱਤੇ ਹਾਂ। ਇਹ ਉਸ ਨੂੰ ਕੱਢਣ ਤੋਂ ਬਾਅਦ ਇਹ ਵੈਸੇ ਬੜਾ ਇੱਕ ਹੈਰਾਨੀਜਨਕ ਫੈਸਲਾ ਹੈਗਾ ਆ। ਇਸ ਤੋਂ ਇਲਾਵਾ ਹੋਰ ਵੀ ਕਸ਼ਮੀਰ ਦੇ ਵਿੱਚ ਜਾਂ ਹੋਰ ਭਾਰਤ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਿਨ੍ਹਾਂ ਨੂੰ ਵੱਲੋਂ ਵੀ ਪਾਕਿਸਤਾਨ ਦੀ ਜਿੱਤ 'ਤੇ ਖੁਸ਼ੀ ਮਨਾਏ ਜਾਣ ਦੀਆਂ ਖਬਰਾਂ ਆਈਆਂ, ਉਹਨਾਂ ਨੂੰ UAPA ਦੇ ਜੁਆਪਾ ਦੇ ਤਹਿਤ ਜਿਹੜਾ ਚਾਰਜ ਕੀਤਾ ਗਿਆ, ਭਾਵ ਜੁਆਪਾ ਤਹਿਤ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਮੈਂ ਸਮਝਦਾ ਕਿ ਵਿਚਾਰਾਂ ਦੀ ਆਜ਼ਾਦੀ ਦੇ ਸਿੱਧਾ ਜਿਹੜਾ ਇੱਕ ਹਮਲਾ ਹੈਗਾ। ਭਾਰਤ ਨੂੰ ਜ਼ਰੂਰ ਇਹਨਾਂ ਗੱਲਾਂ 'ਤੇ ਸੋਚਣਾ ਚਾਹੀਦਾ ਕਿ ਜਿਹੜੀਆਂ ਉੱਥੇ ਘੱਟ ਗਿਣਤੀਆਂ ਵੱਸਦੀਆਂ ਹੈਗੀਆਂ ਉਹਨਾਂ ਦੇ ਹਿੱਤ ਸੁਰੱਖਿਅਤ ਕਰਨਾ ਭਾਰਤ ਸਰਕਾਰ ਦਾ ਫਰਜ਼ ਆ। ਜੇ ਰੀਲੀ ਇੱਕ ਭਾਰਤ ਲੋਕਤੰਤਰ ਦੇਸ਼ ਆ ਤਾਂ ਉਹਨੂੰ ਉੱਥੋਂ ਦੀ ਜਿਹੜਾ ਘੱਟ ਗਿਣਤੀਆਂ ਹੈਗੀਆਂ ਉਹਨਾਂ ਦੀ ਭਾਵਨਾ ਦੀ ਰਿਸਪੈਕਟ ਕਰਨੀ ਪਊਗੀ, ਉਹਨਾਂ ਨੂੰ ਬਣਦੀ ਸਪੇਸ ਦੇਣੀ ਪਊਗੀ, ਅਤੇ ਆਪਣਾ ਜਿਹੜਾ ਇੱਕ ਏਜੰਡਾ ਹੈਗਾ ਅਖੌਤੀ ਰਾਸ਼ਟਰਵਾਦ ਦਾ ਜਾਂ ਹਿੰਦੂਤਾਵਾ ਦਾ ਉਹਨੂੰ ਤਿਆਗਣਾ ਪਏਗਾ। ਤਾਂ ਹੀ ਇਹ ਜਿਹੜੀਆਂ ਵਰਲਡ ਦੀਆਂ ਗੁਆਂਢ ਦੇ ਵਿੱਚ ਵੱਡੀਆਂ ਸ਼ਕਤੀਆਂ ਹੈਗੀਆਂ, ਅੱਜ ਚੀਨ ਨੂੰ ਵਰਲਡ ਪਾਵਰ ਕਿਹਾ ਜਾ ਰਿਹਾ, ਅਤੇ ਉਹਦਾ ਮੁਕਾਬਲਾ ਭਾਰਤ ਕਰ ਸਕਦਾ ਆ। ਭਾਰਤ ਯੂਨਾਈਟ ਤਾਂ ਹੀ ਰਹਿ ਸਕਦਾ ਜੇ ਫੈਡਰਲ ਜਿਹੜਾ ਢਾਂਚਾ ਹੈਗਾ ਰੀਅਲ ਰੂਪ ਦੇ ਵਿੱਚ ਉੱਥੇ ਲਾਗੂ ਹੋਵੇ, ਅਤੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਤਰੱਕੀ ਵੀ ਕਰ ਸਕੂਗਾ ਅਤੇ ਸਾਰੇ ਲੋਕ ਉਹਦੇ ਨਾਲ ਜੁੜੇ ਰਹਿ ਸਕਦੇ ਆ। ਸੋ ਅੱਜ ਦੀਆਂ ਇਹ ਖਬਰਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਕੈਰਨ ਪੰਜਾਬ ਮੀਡੀਆ ਦੇ 4 ਪਲੇਟਫਾਰਮ ਹੈਗੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਕੈਰਨ ਪੰਜਾਬ ਮੀਡੀਆ ਦੀ ਵੈਬਸਾਈਟ ਜਿਹੜੀ ਆ ਅਸੀਂ ਡੇਲੀ ਅਪਡੇਟ ਕਰਦੇ ਹਾਂ, ਉੱਤੇ ਵਰਲਡ, ਦੇਸ਼ ਭਰ, ਭਾਰਤ, ਕੈਨੇਡਾ ਦੀਆਂ ਖਬਰਾਂ ਤੁਸੀਂ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ ਪੇਜ ਚੱਲ ਰਿਹਾ, ਤੋ ਅਸੀਂ ਬਹੁਤ ਸਾਰੀਆਂ ਖਬਰਾਂ ਫੇਸਬੁੱਕ ਪੇਜ 'ਤੇ ਪਹਿਲਾਂ ਸਾਂਝੀਆਂ ਕਰਦੇ ਹੈਗੇ, ਬੁਲੇਟਿਨ ਤੋਂ ਪਹਿਲਾਂ ਉਹੀ ਖਬਰਾਂ ਤੁਹਾਡੇ ਨਾਲ ਇੱਥੇ ਸਾਂਝੀਆਂ ਕਰਦੇ ਹਾਂ। ਤੁਸੀਂ ਉੱਥੇ ਵੀ ਜਾ ਕੇ ਪੜ੍ਹ ਸਕਦੇ ਹੋ। WhatsApp ਗਰੁੱਪ ਜਿਹੜਾ ਕੈਰਨ ਪੰਜਾਬ ਮੀਡੀਆ ਦੇ ਕਰਕੇ ਬਣਿਆ ਹੈਗਾ, ਤੁਸੀਂ ਉਹਦੇ ਵਿੱਚ ਬਕਾਇਦਾ ਆਪਣੇ ਮੈਂਬਰ ਬਣ ਕੇ ਹਰੇਕ ਅਪਡੇਟ ਜਿਹੜੀ ਆ ਤੁਸੀਂ ਲੈ ਸਕਦੇ ਹੋ। ਇਹ ਅੱਜ ਦੀਆਂ ਕੁਝ ਖਾਸ ਅਪਡੇਟ ਸੀਗੀਆਂ। ਜੇ ਤੁਹਾਡੀ ਕੋਈ ਰਾਏ ਹੋਵੇ ਕਮੈਂਟ ਦੇ ਰੂਪ ਵਿੱਚ ਸਾਡੇ ਤੱਕ ਜ਼ਰੂਰ ਪਹੁੰਚਾਓ। ਅਸੀਂ ਤੁਹਾਡੀ ਰਾਏ ਮੁਤਾਬਕ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਾਂਗੇ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।